Welcome to Mantaj and Sunny Show. This is Sunny Singh. Purpose is to improve the vocabulary, improve our speaking and learning about life skills through this book, How to Stop Worrying and Start Living. This is chapter 3rd. In this chapter, the author talks about the effects of worry on our body, how it affects our body. किस तरह ਦੀਆਂ प्रॉब्लम चिंता करके अपनी बॉडी ਦੇ ਵਿੱਚ ਡਿਵੈਲਪ ਹੁੰਦੀਆਂ ਨੇ। ਇੱਕ ਜਿਹੜੀ ਪ੍ਰੋਬਲਮ ਹੈ ਦੈਟ ਇਜ਼ ਸਟਮਕ ਅਲਸਰ। ਵੈਸੇ ਹੀ ਜੇ ਆਪਾਂ ਗੱਲ ਕਰੀਏ ਤਾਂ ਸਟਮਕ ਨਾਲ ਰਿਲੇਟਡ ਜ਼ਿਆਦਾਤਰ ਜਿਹੜੀਆਂ ਪ੍ਰੋਬਲਮ ਨੇ ਉਹ ਚਿੰਤਾ ਕਰਕੇ ਹੁੰਦੀਆਂ ਨੇ। ਐਂਡ ਅਕੋਰਡਿੰਗ ਟੂ ਡਾਕਟਰ ਅਲੈਕਸਿਸ ਕੈਰਲ, businessmen who do not know how to fight worry, they die young. According to Dr. O.F. Gauber, who was the chief physician, chief doctor of Santa Fe Hospital Association chain, he said that 70% of patients that come to physicians, they can cure themselves if they know how to get rid of worry, if they know how to get rid of fear. ਜੇ ਉਹ ਆਪਣੇ ਡਰ ਦਾ, ਆਪਣੀ ਚਿੰਤਾ ਦਾ ਇਲਾਜ ਕਰ ਲੈਣ, 70% ਲੋਕ ਸਿਰਫ ਚਿੰਤਾ ਕਰਕੇ ਹੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ, ਜੇ ਉਹ ਇਸ ਦਾ ਇਲਾਜ ਕਰ ਲੈਣ ਉਹ ਠੀਕ ਨੇ। ਕਿਹੜੀਆਂ ਵਾਟ ਆਰ ਦਾ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ? ਵਨ ਇਜ਼ ਸਟਮਕ ਅਲਸਰ, ਦੈਨ ਵੀ ਹੈਵ ਡਾਇਬਟੀਜ਼, ਥਾਇਰਾਇਡ, ਆਰਥਰਾਈਟਿਸ, ਟੁੱਥ ਡਿਕੇ। ਇਹ 4-5 ਤਰ੍ਹਾਂ ਦੀਆਂ ਪ੍ਰੋਬਲਮ ਨੇ ਜਿਹੜੀਆਂ ਕਿ ਚਿੰਤਾ ਕਰਕੇ ਹੁੰਦੀਆਂ ਨੇ। ਇੱਕ ਸਟੱਡੀ ਹੋਈ, ਅਕੋਰਡਿੰਗ ਟੂ ਦੈਟ ਸਟੱਡੀ ਜਿਹੜੇ ਬਿਜ਼ਨਸਮੈਨ ਨੇ ਬਿਫੋਰ ਦੇ ਰੀਚ ਦਾ ਏਜ ਆਫ 45 ਸਾਲ ਦੀ ਏਜ ਤੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ 3 ਚੋਂ 1 ਬਿਮਾਰੀ ਹੋਣੀ ਹੀ ਹੋਣੀ ਹੈ। ਕਿਹੜੀ? ਹਾਰਟ ਪ੍ਰੋਬਲਮ, ਜਾਂ ਤਾਂ ਉਹਨਾਂ ਨੂੰ ਕੋਈ ਦਿਲ ਦੀ ਬਿਮਾਰੀ ਹੋ ਜਾਊਗੀ, ਬਲੱਡ ਪ੍ਰੈਸ਼ਰ ਹੋ ਜਾਊਗਾ, BP ਹੋ ਜਾਊਗਾ, ਜਾਂ ਸਟਮਕ ਨਾਲ ਰਿਲੇਟਡ ਪ੍ਰੋਬਲਮ। ਇਹਨਾਂ ਤਿੰਨਾਂ ਚੋਂ ਇੱਕ ਹੋਣੀ ਹੈ। ਨਿਊਯਾਰਕ ਸ਼ਹਿਰ ਦੇ ਵਿੱਚ ਕਾਫੀ ਸਾਲ ਪਹਿਲਾਂ ਆਥਰ ਦੱਸ ਰਿਹਾ ਹੈ ਕਿ ਇੱਕ ਵੈਕਸੀਨੇਸ਼ਨ ਡਰਾਈਵ ਚਲਾਈ ਗਈ ਜਿਸ 'ਚ ਲੋਕ ਬੈਲਾਂ ਵਜਾ ਰਹੇ ਸੀ, ਲੋਕਾਂ ਨੂੰ ਜਾਗਰੂਕ ਕਰ ਰਹੇ ਸੀ। ਤੇ ਵਰ ਵਾਰਨਿੰਗ ਪੀਪਲ ਕਿ ਉੱਥੇ ਇੱਕ ਬਿਮਾਰੀ ਫੈਲ ਗਈ ਸੀ ਜਿਹੜੀ ਸਮਾਲ ਪੌਕਸ ਸੀ। ਸਮਾਲ ਪੌਕਸ ਦੀ ਬਿਮਾਰੀ ਬਾਰੇ ਅਵੇਅਰ ਕਰਨ ਲਈ, ਵੈਕਸੀਨੇਸ਼ਨ ਲਈ, ਟੀਕਾ ਲਗਵਾਉਣ ਦੇ ਲਈ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਸੀ, ਉਹਨਾਂ ਦੇ ਬੈਲਾਂ ਵਜਾਈਆਂ ਜਾ ਰਹੀਆਂ ਸੀ। ਤੇ people, they were standing in lines not only in hospitals but in police stations, in fire stations, even in industrial plants. ਹਰ ਜਗ੍ਹਾ ਤੇ ਲੋਕ ਲਾਈਨਾਂ ਬਣਾ ਕੇ ਖੜੇ ਸੀ ਕਿਉਂਕਿ ਉਹਨਾਂ ਦੇ ਵਿੱਚ ਡਰ ਦਾ ਮਾਹੌਲ, ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਐਂਡ ਇਹ ਮਤਲਬ ਕਿਉਂ ਹੋ ਰਿਹਾ ਸੀ? ਕਿਉਂਕਿ ਜਿਹੜੀ ਸਮਾਲ ਪੌਕਸ ਹੈ ਉਸ ਦੇਵਰ 8 ਲੋਕਾਂ ਨੂੰ 8 people had small pox, out of which 2 died. 8 ਲੋਕਾਂ ਨੂੰ ਸਮਾਲ ਪੌਕਸ ਹੋ ਗਈ ਸੀ ਜਿਸ 'ਚੋਂ 2 ਦੀ ਡੈਥ ਹੋ ਗਈ ਸੀ। ਇੰਨੀ ਵੱਡੀ ਪੋਪੂਲੇਸ਼ਨ 'ਚ ਸਿਰਫ 2 ਜਣਿਆਂ ਦੀ ਡੈਥ ਹੋਣ ਨਾਲ ਐਡੀ ਵੱਡੀ ਡਰਾਈਵ ਚਲਾਈ ਗਈ। ਐਂਡ ਥਰੂ ਦਿਸ ਚੈਪਟਰ ਜਿਹੜਾ ਆਥਰ ਹੈ ਆਪਾਂ ਨੂੰ ਅਵੇਅਰ ਕਰ ਰਿਹਾ, ਹੀ ਇਜ਼ ਰਿੰਗਿੰਗ ਆਵਰ ਡੋਰਬੈਲ, ਹੀ ਇਜ਼ ਵਾਰਨਿੰਗ ਅਸ ਕਿ ਜਿਹੜੀ ਕਿ ਵਰੀ ਹੈ, ਇਮੋਸ਼ਨਲ ਸਿਕਨੈਸ ਹੈ, which is 1000 times more serious than smallpox, ਉਸ ਤੋਂ ਕਈ ਹਜ਼ਾਰ ਗੁਣਾ ਜ਼ਿਆਦਾ ਖਤਰਨਾਕ ਹੈ। ਉਸ ਦੇ ਬਾਰੇ ਕੋਈ ਵੀ ਤੁਹਾਨੂੰ ਅਵੇਅਰ ਨਹੀਂ ਕਰ ਰਿਹਾ, ਵਾਰਨ ਨਹੀਂ ਕਰ ਰਿਹਾ। ਸੋ ਇਸ ਚੈਪਟਰ ਦੇ ਰਾਹੀਂ ਉਹ ਆਪਾਂ ਨੂੰ ਵਾਰਨਿੰਗ ਦੇ ਰਿਹਾ ਕਿ ਇਹ ਕਿੱਡੀ ਖਤਰਨਾਕ ਪ੍ਰੋਬਲਮ ਹੈ। ਸਟਮਕ ਅਲਸਰ ਦੀ ਆਪਾਂ ਗੱਲ ਕਰ ਰਹੇ ਸੀ। ਸਟਮਕ ਅਲਸਰ ਕਿਸ ਤਰ੍ਹਾਂ ਵਰੀ ਦੇ ਨਾਲ ਰਿਲੇਟਡ ਨੇ, ਇਹ ਚੇਨ ਕਿਵੇਂ ਕੰਮ ਕਰਦੀ ਹੈ? ਬਿਕੋਜ਼ ਫੀਅਰ ਕਾਜ਼es ਵਰੀ ਐਂਡ ਵਰੀ ਮੇਕਸ ਯੂ ਨਰਵਸ, ਐਂਡ ਵੈਨ ਯੂ ਆਰ ਨਰਵਸ the nerves of your stomach, they get disturbed, and that disturbs the gastric juices of your stomach, which leads to stomach ulcer. ਕਹਿਣ ਦਾ ਭਾਵ ਜਦੋਂ ਡਰ ਕਰਕੇ ਚਿੰਤਾ ਹੁੰਦੀ ਹੈ, ਚਿੰਤਾ ਹੋਣ ਨਾਲ ਤੁਸੀਂ ਨਰਵਸ ਹੋ ਜਾਂਦੇ ਹੋ, ਐਂਡ ਜਦੋਂ ਤੁਸੀਂ ਨਰਵਸ ਹੋ ਜਾਂਦੇ ਹੋ ਤਾਂ ਤੁਹਾਡੇ ਜਿਹੜੇ ਸਟਮਕ ਦੀਆਂ ਨਰਵਸ ਨੇ ਉਹਨਾਂ ਉੱਤੇ ਅਸਰ ਪੈਂਦਾ, ਜਿਸ ਦੇ ਕਰਕੇ ਜੋ ਅੰਦਰ ਗੈਸਟ੍ਰਿਕ ਜੂਸ ਡਿਵੈਲਪ ਹੁੰਦੇ ਨੇ ਉਹ ਇੰਬੈਲੈਂਸ ਹੋ ਜਾਂਦੇ ਨੇ, ਜਿਸ ਦੇ ਕਰਕੇ ਸਟਮਕ ਅਲਸਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਟੁੱਥ ਡਿਕੇ ਹੈ, ਜਿਹੜੀਆਂ ਕੈਵਿਟੀਜ਼ ਦੈਟ ਡਿਵੈਲਪ ਇਨ ਆਵਰ ਟੀਥ, ਜੋ ਦੰਦਾਂ ਦੇ ਵਿੱਚ ਕੈਵਿਟੀਜ਼ ਹੋ ਜਾਂਦੀਆਂ ਨੇ, ਉਹ ਵੀ ਦੇ ਆਰ ਆਲਸੋ ਰਿਲੇਟਡ ਵਿਥ ਵਰੀ। ਕਿ ਜਦੋਂ ਆਪਾਂ ਟੈਨਸ਼ਨ ਕਰਦੇ ਹਾਂ ਤਾਂ ਆਪਣੀ ਬੋਡੀ 'ਚ ਜਿਹੜਾ ਕੈਲਸ਼ੀਅਮ ਹੁੰਦਾ ਉਹ ਇੰਬੈਲੈਂਸ ਹੋ ਜਾਂਦਾ, ਉਸ ਦੀ ਘਾਟ ਹੋ ਜਾਂਦੀ ਹੈ, ਜਿਸ ਦੇ ਕਰਕੇ ਆਪਣੇ ਦੰਦਾਂ ਦੇ ਵਿੱਚ ਕੈਵਿਟੀਜ਼ ਡਿਵੈਲਪ ਹੋ ਜਾਂਦੀਆਂ ਨੇ ਤਾਂ ਆਪਣਾ ਟੁੱਥ ਡਿਕੇ ਦੀ ਪ੍ਰੋਬਲਮ ਹੋ ਜਾਂਦੀ ਹੈ।
ਇਸੇ ਤਰ੍ਹਾਂ ਹੀ ਸ਼ੂਗਰ ਰਾਈਜ਼ ਹੋ ਜਾਂਦੀ ਹੈ ਚਿੰਤਾ ਕਰਨ ਨਾਲ, ਥਾਇਰਾਇਡ ਹੋ ਗਿਆ, ਐਂਡ ਆਰਥਰਾਈਟਿਸ ਦਾ ਪੇਨਫੁਲ ਅਟੈਕ ਹੁੰਦਾ, ਉਹ ਵੀ ਚਿੰਤਾ ਨਾਲ ਰਿਲੇਟਡ ਆ। ਤਾਂ ਇਸ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ that happen because of ਵਰੀ, ਚਿੰਤਾ ਕਰਕੇ ਹੁੰਦੀਆਂ ਨੇ। ਪਲੇਟੋ ਨੇ ਜੋ ਫਿਲੋਸਫਰ ਸਕਾਲਰ ਪਲੇਟੋ ਸੀ, ਉਸਨੇ ਦੱਸਿਆ ਕਿ 2300 ਸਾਲ ਤੱਕ, ਲਾਈਕ ਟੂ 2300 ਈਅਰਸ, 2300 ਸਾਲ ਤੱਕ ਇਹੀ ਨਹੀਂ ਫਿਜ਼ੀਸ਼ੀਅਨਸ ਨੂੰ, ਡਾਕਟਰ ਨੂੰ ਸਮਝ ਆਇਆ ਕਿ ਬੋਡੀ ਦਾ ਇਲਾਜ ਕਰਨ ਦੇ ਨਾਲ ਨਾਲ ਮਾਈਂਡ ਦਾ ਇਲਾਜ ਕਰਨਾ ਵੀ ਜ਼ਰੂਰੀ ਹੈ, ਬਿਕੋਜ਼ ਦੇ ਵਰ ਟ੍ਰੀਟਿੰਗ ਬੋਡੀ ਐਂਡ ਮਾਈਂਡ ਸੈਪਰੇਟਲੀ, ਬਿਕੋਜ਼ these two should be treated simultaneously। ਇਹਨਾਂ ਦਾ ਬਰਾਬਰ ਇਲਾਜ ਹੋਣਾ ਚਾਹੀਦਾ। ਜਦੋਂ ਇੱਕ ਡਾਕਟਰ ਕਿਸੇ ਦੀ ਬੋਡੀ ਦਾ ਇਲਾਜ ਕਰ ਰਿਹਾ ਤਾਂ ਉਸ ਦੇ ਮਾਈਂਡ ਦਾ ਇਲਾਜ ਵੀ ਨਾਲ ਦੀ ਨਾਲ ਹੀ ਹੋਣਾ ਚਾਹੀਦਾ, ਫਿਰ ਹੀ ਉਦੋਂ ਉਸ ਦਾ ਐਕਚੁਅਲ ਟ੍ਰੀਟਮੈਂਟ ਹੋਊਗਾ, ਉਹ ਇੱਕ ਸਕਸੈਸਫੁਲ ਟ੍ਰੀਟਮੈਂਟ ਹੋਊਗਾ। ਮਾਇਓ ਕਲੀਨਿਕ ਨੇ 1500 ਪੇਸ਼ੈਂਟਸ ਦੀ ਸਟੱਡੀ ਕੀਤੀ ਗਈ। ਉਹਨਾਂ ਦਾ ਜਦੋਂ ਸਟੱਡੀ ਕੀਤੀ ਗਈ ਤਾਂ ਇਹ ਰਿਜ਼ਲਟ ਨਿਕਲ ਕੇ ਆਇਆ that there was no physical basis for their stomach problem। ਜੋ ਉਹਨਾਂ ਦੇ ਸਟਮਕ 'ਚ ਅਲਸਰ ਡਿਵੈਲਪ ਹੋ ਰਹੀ ਸੀ, ਉਹਦਾ ਕੋਈ ਫਿਜ਼ੀਕਲ ਬੇਸਿਸ ਨਹੀਂ ਸੀ। 4 ਆਊਟ ਆਫ 5 ਪੇਸ਼ੈਂਟਸ ਦਾ ਮਤਲਬ ਕੋਈ 80% ਪੇਸ਼ੈਂਟਸ ਦਾ ਕੋਈ ਫਿਜ਼ੀਕਲ ਬੇਸਿਸ ਹੀ ਨਹੀਂ ਸੀ। ਉਹਨਾਂ ਦੀ ਜੋ ਸਟਮਕ ਸੀ, ਤਾਂ ਸਟਮਕ ਦੀਆਂ ਜੋ ਨਰਵ ਸੀ, ਦੇ ਵਰ ਐਜ਼ ਹੈਲਦੀ ਲਾਈਕ ਆਫ ਅ ਹੈਲਦੀ ਪਰਸਨ। ਜਿਸ ਤਰ੍ਹਾਂ ਇੱਕ ਹੈਲਦੀ ਪਰਸਨ ਦੀਆਂ ਨਰਵਸ ਹੁੰਦੀਆਂ ਨੇ, ਜਦੋਂ ਉਹਨਾਂ ਨੂੰ ਮਾਈਕਰੋਸਕੋਪਿਕ ਲੈਂਸ, ਪਾਵਰਫੁਲ ਲੈਂਸ ਦੇ ਅੰਡਰ ਆਬਜ਼ਰਵ ਕੀਤਾ ਗਿਆ ਤਾਂ ਇਹ ਰਿਜ਼ਲਟ ਨਿਕਲ ਕੇ ਆਇਆ ਕਿ ਉਹ ਇੱਕ ਹੈਲਦੀ ਪਰਸਨ ਦੀਆਂ ਨਰਵਸ ਦੇ ਵਾਂਗੂ ਹੀ ਸੀ। ਬਟ ਫਿਰ ਕਾਰਨ ਕੀ ਸੀ? ਪ੍ਰੋਬਲਮ ਦਾ ਕਾਰਨ ਸੀ fear, worry, hate, jealousy, supreme selfishness, and not able to adjust to the reality of the world. So these were the main causes। ਇਹੀ ਮੇਨ ਕਾਰਨ ਸੀ ਕਿ ਉਹਨਾਂ ਦੇ ਅੰਦਰ ਚਿੰਤਾ ਸੀ, ਡਰ ਸੀ, ਇਸ ਦੇ ਕਰਕੇ ਹੀ ਸਟਮਕ ਦੇ ਵਿੱਚ ਪ੍ਰੋਬਲਮ ਡਿਵੈਲਪ ਹੋ ਰਹੀ ਸੀ। ਇਸ ਸਟੱਡੀ ਤੋਂ ਇਹ ਪਤਾ ਲੱਗਿਆ। ਫੇਮਸ ਜਿਹੜੇ ਮਾਇਓ ਬ੍ਰਦਰਸ ਨੇ, ਮਾਇਓ ਕਲੀਨਿਕ ਦੇ, ਉਹਨਾਂ ਨੇ ਦੱਸਿਆ ਕਿ ਜਿਹੜੇ ਆਪਣੇ ਹਸਪੀਟਲ ਦੇ 80% ਜਾਂ ਕਹ ਲਓ more than 50% ਜਿਹੜੇ ਬੈੱਡ ਨੇ, ਉਹ ਅਕੂਪਾਈ ਪੇਸ਼ੈਂਟਸ ਨੇ ਸਿਰਫ ਇਸ ਕਰਕੇ ਕੀਤੇ ਹੋਏ ਨੇ ਕਿ ਉਹਨਾਂ ਨੂੰ ਵਰੀ ਹੈ, ਚਿੰਤਾ ਕਰਕੇ ਹੈ, ਟੈਨਸ਼ਨ ਕਰਕੇ ਹੀ ਪ੍ਰੋਬਲਮ ਹੋ ਰਹੀ ਹੈ। ਅਦਰਵਾਈਜ਼ ਉਹਨਾਂ ਨੂੰ ਐਕਚੁਅਲ 'ਚ ਕੋਈ ਪ੍ਰੋਬਲਮ ਹੈ ਨਹੀਂ। ਐਂਡ ਜੇ ਉਹ ਆਪਣੀ ਚਿੰਤਾ ਦਾ ਇਲਾਜ ਕਰ ਲੈਣ, ਉਹਨਾਂ ਦਾ ਇਲਾਜ, ਬੋਡੀ ਦਾ ਜੋ ਵੀ ਪ੍ਰੋਬਲਮ ਹੋ ਰਹੀ ਹੈ ਉਸ ਦਾ ਇਲਾਜ ਹੋ ਗਿਆ। ਕਹਿਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਜਿਹੜੀ ਇਲਨੈਸ ਹੈ ਦੈਟ ਇਜ਼ ਇਮੈਜਿਨਰੀ, ਇਟ ਇਜ਼ ਐਜ਼ ਰੀਅਲ ਐਜ਼ ਅ ਟੂਥਿਕ। ਜਿਸ ਤਰ੍ਹਾਂ ਕਿ ਇੱਕ ਜਾੜ ਦਰਦ ਹੋ ਰਿਹਾ ਤਾਂ ਉਹ ਕਿਸੇ ਕੈਵਿਟੀ ਕਰਕੇ ਜਾਂ ਕਿਸੇ ਪ੍ਰੋਬਲਮ ਕਰਕੇ ਹੋ ਰਿਹਾ, ਐਕਚੁਅਲ 'ਚ ਉਹ ਚੀਜ਼ ਹੈ। ਇਸ ਤਰ੍ਹਾਂ ਹੀ ਆਥਰ ਇਹ ਦੱਸ ਰਿਹਾ ਕਿ ਜਿਹੜੇ ਸਟਮਕ ਅਲਸਰ ਨੇ ਉਹ ਐਕਚੁਅਲ 'ਚ ਹੁੰਦੇ ਨੇ, ਇਹ ਰੀਅਲੀ ਪ੍ਰੋਬਲਮ ਹੈ, ਬਟ ਜਿਹੜਾ ਇਸ ਦਾ ਬੇਸ ਹੈ, ਕਾਰਨ ਹੈ, ਉਹ ਇਮੈਜਿਨਰੀ ਹੋ ਜਾਂਦਾ। ਜਦੋਂ ਜਿਵੇਂ ਕਿ ਨਰਵਸ ਤਾਂ ਬਿਲਕੁਲ ਠੀਕ ਨੇ, ਬਟ ਕਾਰਨ ਹੈ ਚਿੰਤਾ ਹੋਣ ਕਰਕੇ ਨਰਵਸ ਪ੍ਰੋਪਰ ਕੰਮ ਨਹੀਂ ਕਰ ਰਹੀਆਂ। ਤਾਂ ਇਸ ਚੋਂ ਨਿਕਲਣ ਦੇ ਲਈ ਜਿਵੇਂ ਕਿ ਸਪੈਸੀਫਿਕਲੀ ਇਸ ਚੈਪਟਰ ਦੇ ਵਿੱਚ ਕੁਝ ਜੋ ਇਹ ਅਫੈਕਟ ਕਰਦੀ ਹੈ ਉਸ ਦੇ ਉੱਤੇ ਹੀ ਗੱਲ ਕੀਤੀ ਹੋਈ ਹੈ, ਬਟ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕੀਤਾ ਕੀ ਜਾ ਸਕਦਾ ਹੈ। ਤਾਂ 4 ਚੀਜ਼ਾਂ ਦੱਸੀਆਂ ਨੇ ਕਿ ਹੈਵ ਫੇਥ ਇਨ ਗੋਡ, ਪਰਮਾਤਮਾ 'ਚ ਯਕੀਨ ਰੱਖੋ, ਪਰਮਾਤਮਾ 'ਤੇ ਭਰੋਸਾ ਰੱਖੋ। ਟੇਕ ਅ ਗੁੱਡ ਸਲੀਪ, ਚੰਗੀ ਨੀਂਦ ਲਓ, ਬਿਕੋਜ਼ ਜੇ ਤੁਸੀਂ ਪ੍ਰੋਪਰ ਨੀਂਦ ਲਓਗੇ ਤਾਂ ਤੁਹਾਡੀ ਬੋਡੀ ਰਿਫਰੈਸ਼ ਹੋ ਜੂਗੀ, ਮਾਈਂਡ ਵੀ ਰਿਫਰੈਸ਼ ਹੋ ਜੂਗਾ। ਲਿਸਨ ਟੂ ਗੁੱਡ ਮਿਊਜ਼ਿਕ, ਚੰਗਾ ਮਿਊਜ਼ਿਕ ਸੁਣੋ, ਜੋ ਵੀ ਤੁਹਾਡਾ ਟੇਸਟ ਹੈ, ਅਕੋਰਡਿੰਗ ਟੂ ਯਰ ਟੇਸਟ, ਅਕੋਰਡਿੰਗ ਟੂ ਯਰ ਚੋਇਸ, ਉਸ ਨੂੰ ਸੁਣੋ, ਉਹ ਵੀ ਤੁਹਾਡੀ ਮਾਈਂਡ ਨੂੰ ਰਿਲੈਕਸ ਕਰਦਾ ਹੈ। ਐਂਡ ਸੀ ਦ ਫਨੀ ਸਾਈਡ ਆਫ ਲਾਈਫ, ਬਿਕੋਜ਼ ਲਾਫਟਰ ਇਜ਼ ਦ ਬੈਸਟ ਮੈਡੀਸਨ। ਹੱਸ ਖੇਡ ਕੇ ਹਰ ਚੀਜ਼ ਨੂੰ ਲਾਈਟਲੀ ਲਓ, ਜ਼ਿਆਦਾਤਰ ਸੀਰੀਅਸ ਹੋਣ ਦੀ ਲੋੜ ਨਹੀਂ ਹੈਗੀ। ਤਾਂ ਕੁਝ ਸੁਜੈਸ਼ਨਸ ਵੀ ਦਿੱਤੇ ਨੇ ਇਸ ਚੈਪਟਰ ਦੇ ਵਿੱਚ, ਬਟ ਮੇਨ ਇਹੀ ਦੱਸਿਆ ਕਿ ਚਿੰਤਾ ਕਰਕੇ ਪ੍ਰੋਬਲਮਸ ਕੀ ਬੋਡੀ ਦੇ ਵਿੱਚ ਆ ਸਕਦੀਆਂ ਨੇ। ਸਟਮਕ ਨਾਲ ਰਿਲੇਟਡ ਤਾਂ ਮੋਸਟਲੀ ਜ਼ਿਆਦਾਤਰ ਜੋ ਵੀ ਸਟਮਕ ਨਾਲ ਰਿਲੇਟਡ ਪ੍ਰੋਬਲਮ ਨੇ ਉਹ ਚਿੰਤਾ ਕਰਕੇ ਹੀ ਹੁੰਦੀਆਂ ਨੇ। ਐਂਡ ਦੈਨ ਡਾਇਬਟੀਜ਼ ਹੈ, ਸ਼ੂਗਰ ਹੈ, ਉਹ ਇਸ ਕਰਕੇ ਹੋ ਰਹੀ ਹੈ। ਥਾਇਰਾਇਡ, ਆਰਥਰਾਈਟਿਸ, ਟੁੱਥ ਡਿਕੇ, ਇਸ ਤਰ੍ਹਾਂ ਦੀਆਂ ਹੋਰ, ਬਿਕੋਜ਼ all these ailments, all these problems are cousins, first cousins। ਇਹ ਇੱਕ ਦੂਜੇ ਦੇ ਭੈਣ ਭਰਾ ਨੇ। ਜਦੋਂ ਇੱਕ ਚੀਜ਼ ਹੋ ਜਾਂਦੀ ਹੈ ਤਾਂ ਦੂਸਰੀ ਨੂੰ ਰਸਤਾ ਮਿਲ ਜਾਂਦਾ, ਦੂਸਰੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੇ ਨੇ, ਹੋਰ ਵੀ ਕੰਪਲੀਕੇਸ਼ਨਸ ਬੋਡੀ 'ਚ ਪ੍ਰੋਬਲਮ ਆ ਜਾਂਦੀਆਂ ਨੇ। ਤਾਂ
if you want to enjoy your life, if you want to live a healthy, a long life, problem free life, ਜੇ ਤੁਸੀਂ ਇਹੋ ਜਿਹੀ ਜ਼ਿੰਦਗੀ ਜੀਣਾ ਚਾਹੁੰਦੇ ਹੋ, then stop worrying and start living, ਜਿਸ ਤਰ੍ਹਾਂ ਕਿ ਟਾਈਟਲ ਹੈ ਇਸ ਬੁੱਕ ਦਾ, ਤਾਂ ਤੁਹਾਨੂੰ ਚਿੰਤਾ ਨੂੰ ਦੂਰ ਕਰਨਾ ਪਊਗਾ, ਤੁਹਾਨੂੰ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ 'ਚ ਬਿਜ਼ੀ ਕਰਨਾ ਪਊਗਾ, ਬਿਕੋਜ਼ ਆਪਾਂ ਹਰ ਕੋਈ ਤਾਂ ਆਪਣੇ ਅੰਦਰ ਆਪਾਂ ਇਮੇਜਿਨ ਕਰਦੇ ਰਹਿੰਦੇ ਹਾਂ ਕਿ ਹਾਂ ਅਸੀਂ ਇਹ ਕੰਮ ਸਾਡੇ ਤੋਂ ਨਹੀਂ ਹੋਇਆ, ਮੈਂ ਕਰ ਨਹੀਂ ਸਕਿਆ, ਜਾਂ ਮੈਂ ਉੱਥੇ ਪਹੁੰਚ ਨਹੀਂ ਸਕਿਆ, ਜਾਂ ਜੇ ਮੈਂ ਇੱਥੇ ਪਹੁੰਚ ਜਾਂਦਾ, ਤਾਂ ਇਹ ਸਾਰੀਆਂ ਪਾਸਟ ਤੇ ਫਿਊਚਰ ਦੀਆਂ, ਬਿਕੋਜ਼ ਆਈਦਰ ਵੀ ਆਰ ਵਰੀਡ ਅਬਾਊਟ ਆਵਰ ਪਾਸਟ ਔਰ ਆਵਰ ਫਿਊਚਰ, ਇਸ ਨੂੰ ਭੁੱਲ ਕੇ ਪ੍ਰੈਜ਼ੈਂਟ 'ਚ ਆਪਣੇ ਆਪ ਨੂੰ ਲੈ ਕੇ ਆਓ ਤੇ ਚਿੰਤਾ ਤੋਂ ਆਪਣੇ ਆਪ ਨੂੰ ਦੂਰ ਰੱਖੋ, ਬਿਕੋਜ਼ ਨੈਚੁਰਲ ਚੀਜ਼ ਹੈ ਇਹ, ਆਟੋਮੈਟਿਕ ਜਦੋਂ ਤੁਸੀਂ ਸੋਚਦੇ ਹੋ ਜਾਂ ਇਕੱਲੇ ਹੁੰਦੇ ਹੋ ਇਹ ਤੁਹਾਨੂੰ ਘੇਰ ਲੈਂਦੀ ਹੈ। ਚਿੰਤਾ ਨੂੰ ਭਜਾਓ ਜ਼ਿੰਦਗੀ ਚੋਂ, ਐਂਡ ਇਹੀ ਇਸ ਚੈਪਟਰ ਦਾ ਸਾਰ ਹੈ। ਨੈਕਸਟ ਚੈਪਟਰ 'ਚ ਕੀ ਹੈ ਉਹ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।